ਸਤਿ ਸ਼੍ਰੀ ਅਕਾਲ। ਸਾਡੀ ਅੱਜ ਦੀ ਕਹਾਣੀ ਹੈ ਇੱਕ ਅਨੋਖੀ ਵਸੀਅਤ। ਰਾਮ ਲਾਲ ਜੀ ਆਪਣੀ ਪਤਨੀ ਜਾਨਕੀ ਜੀ ਨਾਲ ਆਪਣੇ ਕਮਰੇ ਵਿੱਚ ਬੈਠੇ ਰੋਜ਼ਾਨਾ ਦੀ ਤਰ੍ਹਾਂ ਕਾਰੋਬਾਰ ਦੀਆਂ ਗੱਲਾਂ ਸੁਣਾ ਰਹੇ ਸਨ। ਇੰਨੇ ਨੂੰ ਵੱਡੇ ਪੁੱਤਰ ਨੇ ਆ ਕੇ ਕਿਹਾ, ਪਿਤਾ ਜੀ, ਮੈਨੂੰ ਤਿਜੋਰੀ ਦੀ ਚਾਬੀ ਦੇ ਦਿਓ। ਕੀ ਹੋਇਆ ਬੇਟਾ? ਕੁਝ ਨਹੀਂ, ਬਸ ਮੈਨੂੰ 15,000 ਰੁਪਏ ਚਾਹੀਦੇ ਹਨ। ਪਿਤਾ ਜੀ, ਤੁਸੀਂ ਜਾਣਦੇ ਹੋ ਕਿ ਮੇਰੀ ਕਾਰ ਦੀ ਮੁਰੰਮਤ ਕਰਨੀ ਹੈ। ਅੱਛਾ, ਠੀਕ ਹੈ ਜਾਨਕੀ ਜੀ, ਜ਼ਰਾ ਤਿਜੋਰੀ ਦੀਆਂ ਚਾਬੀਆਂ ਤਾਂ ਦਿਓ। ਜਾਨਕੀ ਜੀ ਆਪਣੀ ਕਮਰ ਤੋਂ ਚਾਬੀਆਂ ਦਾ ਇੱਕ ਗੁੱਛਾ ਕੱਢ ਕੇ ਉਸਨੂੰ ਦੇ ਦਿੰਦੇ ਹਨ। ਇੰਨੇ ਨੂੰ ਛੋਟਾ ਬੇਟਾ ਆ ਗਿਆ। ਬਾਬੂ ਜੀ, ਮੈਂ ਬੱਚਿਆਂ ਦੀ ਫੀਸ ਭਰਨੀ ਹੈ, ਮੈਨੂੰ 20,000 ਰੁਪਏ ਦੀ ਲੋੜ ਹੈ, ਮੈਨੂੰ ਦੇ ਦਿਓ। ਮੇਰੀ ਤਨਖਾਹ ਨਹੀਂ ਆਈ, ਜਦੋਂ ਮੇਰੀ ਤਨਖਾਹ ਆਵੇਗੀ ਮੈਂ ਤੁਹਾਨੂੰ ਜ਼ਰੂਰ ਵਾਪਸ ਕਰਾਂਗਾ। ਪਿਤਾ ਜੀ ਨੂੰ ਸਭ ਕੁਝ ਪਤਾ ਸੀ, ਸਭ ਸਮਝਦੇ ਸਨ ਕਿ ਦੋਵੇਂ ਪੁੱਤਰ ਕੀ ਕਰ ਰਹੇ ਹਨ, ਪਰ ਫਿਰ ਇਹ ਸੋਚ ਕੇ ਚੁੱਪ ਰਹੇ ਕਿ ਉਹ ਉਹਨਾਂ ਦੇ ਹੀ ਬੱਚੇ ਹਨ। ਵੈਸੇ ਰਾਮ ਲਾਲ ਜੀ ਨੇ ਕਦੇ ਨਾ ਨਹੀਂ ਕੀਤੀ ਤਿਜੋਰੀ ਦੀ ਚਾਬੀ ਸੌਂਪ ਕੇ, ਪਰ ਕਈ ਵਾਰ ਪੁੱਛਣ 'ਤੇ ਵੀ ਬੱਚੇ ਆਖਦੇ ਸਨ, ਕੀ ਗੱਲ ਪਿਤਾ ਜੀ, ਤੁਹਾਨੂੰ ਸਾਡੇ 'ਤੇ ਵਿਸ਼ਵਾਸ ਨਹੀਂ ਹੈ? ਇਹ ਗੱਲ ਸੁਣ ਕੇ ਰਾਮ ਲਾਲ ਜੀ ਤੇ ਜਾਨਕੀ ਜੀ ਠਹਾਕੇ ਨਾਲ ਹੱਸ ਪੈਂਦੇ ਸਨ। ਜਾਨਕੀ ਜੀ ਹਮੇਸ਼ਾ ਰਾਮ ਲਾਲ ਜੀ ਨੂੰ ਕਹਿੰਦੇ ਸਨ ਕਿ ਸਭ ਕੁਝ ਬੱਚਿਆਂ ਨੂੰ ਨਾ ਦਿਓ, ਕੁਝ ਆਪਣੇ ਬੁਢਾਪੇ ਲਈ ਵੀ ਬਚਾ ਕੇ ਰੱਖੋ, ਪਰ ਰਾਮ ਲਾਲ ਜੀ ਨਹੀਂ ਮੰਨੇ। ਜਾਨਕੀ, ਤੂੰ ਜਾਣਦੀ ਹੈ ਕਿ ਮੇਰੇ ਬੱਚੇ ਮੇਰੀ ਜਾਨ ਹਨ। ਜਾਨਕੀ ਨੇ ਕਿਹਾ, ਇਹ ਤੁਹਾਡੇ ਬੁਢਾਪੇ ਲਈ ਵੀ ਕੁਝ ਰੱਖ ਲਿਓ। ਉਸ ਦੀ ਗੱਲ ਨੂੰ ਵਿਚਾਲੇ ਟੋਕ ਕੇ ਰਾਮ ਲਾਲ ਜੀ ਬੋਲੇ, ਹੇ ਭਗਵਾਨ, ਬੁਢਾਪੇ ਦੀ ਚਿੰਤਾ ਨਾ ਕਰ, ਆਪਣੇ ਦੋਨੋਂ ਪੁੱਤਰ ਬਹੁਤ ਹੀ ਹੋਣਹਾਰ ਹਨ, ਉਹ ਸਾਨੂੰ ਬਹੁਤ ਪਿਆਰ ਕਰਦੇ ਹਨ। ਜੋ ਕਦਰਾਂ ਕੀਮਤਾਂ ਤੇ ਸੰਸਕਾਰ ਅਸੀਂ ਆਪਣੇ ਬੱਚੇ ਨੂੰ ਦਿੱਤੇ ਹਨ, ਜਦੋਂ ਤੱਕ ਉਹ ਹਨ, ਸਾਨੂੰ ਕਦੇ ਵੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਣਾ। ਆਪਣੇ ਬੁਢਾਪੇ ਵਿੱਚ ਆਪਣੇ ਬੱਚੇ ਆਪਾਂ ਨੂੰ ਸਾਂਭ ਲੈਣਗੇ। ਜਾਨਕੀ ਜੀ ਚੁੱਪ ਕਰ ਜਾਂਦੇ, ਪਰ ਮਨ ਵਿੱਚ ਕਿਤੇ ਨਾ ਕਿਤੇ ਖਿਆਲ ਆਉਂਦੇ ਰਹੇ, ਇਹ ਸੋਚ ਕੇ ਕਿ ਤੁਸੀਂ ਕਿੰਨੇ ਭੋਲੇ ਹੋ। ਅੱਜ ਦੀ ਦੁਨੀਆ ਵਿੱਚ ਤੁਹਾਨੂੰ ਆਪਣੇ ਲਈ ਕੁਝ ਨਾ ਕੁਝ ਬਚਾ ਕੇ ਜ਼ਰੂਰ ਰੱਖਣਾ ਚਾਹੀਦਾ ਹੈ। ਪੁੱਤਰ ਤਾਂ ਸਾਡੇ ਹਨ, ਪਰ ਨੂੰਹਾਂ ਹੋਰਾਂ ਦੇ ਘਰੋਂ ਆਈਆਂ ਹਨ, ਤੇ ਵੈਸੇ ਤਾਂ ਮੈਂ ਆਪਣੀਆਂ ਨੂੰਹਾਂ ਨੂੰ ਤੁਹਾਡੇ ਤੋਂ ਬਿਹਤਰ ਜਾਣਦੀ ਹਾਂ। ਇਹ ਸੋਚ ਕੇ ਜਾਨਕੀ ਜੀ ਕੁਝ ਦੇਰ ਆਪਣੇ ਪਤੀ ਵੱਲ ਟਿਕਟਕੀ ਲਗਾ ਕੇ ਦੇਖਦੇ ਰਹੇ। ਇਸ ਦੌਰਾਨ ਰਾਮ ਲਾਲ ਜੀ ਨੇ ਚੁਟਕੀ ਵਜਾ ਕੇ ਉਹਨਾਂ ਦੀ ਸੋਚ ਦਾ ਲਮਹਾ ਤੋੜ ਦਿੱਤਾ। ਜਾਨਕੀ ਜੀ ਆਪਣੇ ਵਿਚਾਰਾਂ ਦੀ ਦੁਨੀਆ ਤੋਂ ਬਾਹਰ ਆ ਗਏ। ਰਾਮ ਲਾਲ ਜੀ ਬੋਲੇ, ਓਏ ਭਗਵਾਨ, ਮੇਰੀ ਚਾਹ ਦਾ ਸਮਾਂ ਹੋ ਗਿਆ ਹੈ, ਤੂੰ ਬਣਾਵੇਂਗੀ ਜਾਂ ਮੈਂ ਆਪ ਬਣਾ ਲਵਾਂ? ਜਾਨਕੀ ਜੀ ਨੇ ਰਾਮ ਲਾਲ ਜੀ ਨੂੰ ਕਿਹਾ, ਤੁਸੀਂ ਚਾਹ ਕਿਉਂ ਬਣਾਓਗੇ? ਮੈਂ ਰਾਜੂ ਨੂੰ ਫੋਨ ਕਰ ਦਿੰਦੀ ਹਾਂ, ਉਹ ਚਾਹ ਬਣਾ ਦੇਵੇਗਾ। ਦਰਅਸਲ ਜਾਨਕੀ ਜੀ ਨੇ ਰਸੋਈ ਅਤੇ ਹੋਰ ਘਰੇਲੂ ਕੰਮਾਂ ਲਈ 16-17 ਸਾਲ ਦੇ ਨੌਕਰ ਰਾਜੂ ਨੂੰ ਨੌਕਰੀ 'ਤੇ ਰੱਖਿਆ ਸੀ, ਤਾਂ ਜੋ ਨੂੰਹਾਂ 'ਤੇ ਕੰਮ ਦਾ ਬੋਝ ਨਾ ਪਵੇ, ਤੇ ਇਸ ਉਮਰ ਵਿੱਚ ਉਹ ਖੁਦ ਵੀ ਨਹੀਂ ਕਰ ਸਕਦੇ ਸੀ। ਜਾਨਕੀ ਜੀ ਨੇ ਮਜ਼ਾਕੀਆ ਲਹਿਜੇ ਵਿੱਚ ਕਿਹਾ ਕਿ ਵੈਸੇ ਤੁਹਾਨੂੰ ਚਾਹ ਬਣਾਉਣੀ ਆਉਂਦੀ ਤਾਂ ਹੈ। ਸ਼੍ਰੀਮਤੀ ਜੀ, ਮੈਨੂੰ ਚੈਲੰਜ ਨਾ ਦਿਓ, ਮੈਂ ਬਹੁਤ ਵਧੀਆ ਚਾਹ ਬਣਾਉਂਦਾ ਹਾਂ। ਚਲੋ ਅੱਜ ਮੈਂ ਤੁਹਾਨੂੰ ਚਾਹ ਬਣਾ ਕੇ ਪਿਲਾਵਾਂਗਾ। ਇਹ ਕਹਿੰਦੇ ਹੋਏ ਰਾਮ ਲਾਲ ਜੀ ਰਸੋਈ ਵਿੱਚ ਚਲੇ ਗਏ ਅਤੇ ਚਾਹ ਬਣਾਉਣ ਲੱਗੇ ਤਾਂ ਰਾਜੂ ਆ ਗਿਆ। ਬਾਬੂ ਜੀ, ਮੈਂ ਕਿਸ ਲਈ ਹਾਂ, ਮੈਂ ਚਾਹ ਬਣਾਉਂਦਾ ਹਾਂ। ਉਹ ਨਹੀਂ ਨਹੀਂ ਰਾਜੂ ਬੇਟਾ, ਮੈਂ ਅੱਜ ਦੀ ਚਾਹ ਬਣਾ ਕੇ ਤੈਨੂੰ ਵੀ ਪਿਲਾਵਾਂਗਾ। ਇਹ ਕਹਿ ਕੇ ਰਾਮ ਲਾਲ ਜੀ ਨੇ ਗੈਸ ਜਗਾਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੀ ਪਤਨੀ ਲਈ ਗੀਤ ਵੀ ਗਾਉਣੇ ਸ਼ੁਰੂ ਕਰ ਦਿੱਤੇ। ਦੋਵੇਂ ਨੂੰਹਾਂ ਬਾਹਰ ਖੜੀਆਂ ਬੜੀ ਮੁਸ਼ਕਿਲ ਨਾਲ ਆਪਣਾ ਹਾਸਾ ਰੋਕ ਰਹੀਆਂ ਸਨ। ਸ਼ਾਮ ਨੂੰ ਜਾਨਕੀ ਜੀ ਤੇ ਰਾਮ ਲਾਲ ਜੀ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਲਈ ਨਿਕਲੇ। ਜਾਨਕੀ ਜੀ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝ ਰਹੇ ਸਨ। ਉਹਨਾਂ ਨੂੰ ਰਾਮ ਲਾਲ ਜੀ ਵਰਗਾ ਸੁਲਝਿਆ ਹੋਇਆ ਵਿਅਕਤੀ ਮਿਲਿਆ ਹੈ, ਪਰ ਕਿਹਾ ਜਾਂਦਾ ਹੈ ਨਾ ਕਿ ਕਈ ਵਾਰ ਸਾਡੀ ਖੁਦ ਦੀ ਕਿਸਮਤ ਸਾਡੀਆਂ ਅੱਖਾਂ ਵਿੱਚ ਫਸ ਜਾਂਦੀ ਹੈ, ਸਾਨੂੰ ਖੁਦ ਦੀ ਹੀ ਨਜ਼ਰ ਲੱਗ ਜਾਂਦੀ ਹੈ। ਉਹ ਥੋੜ੍ਹੀ ਦੂਰ ਹੀ ਗਏ ਸਨ ਕਿ ਸਾਹਮਣੇ ਤੋਂ ਇੱਕ ਤੇਜ਼ ਰਫ਼ਤਾਰ ਨਾਲ ਕਾਰ ਉਹਨਾਂ ਵੱਲ ਆ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹਨਾਂ ਨੂੰ ਕੁਝ ਸਮਝ ਆਉਂਦਾ, ਕਾਰ ਨੇ ਦੋਵਾਂ ਨੂੰ ਟੱਕਰ ਮਾਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ। ਜਦੋਂ ਉਹਨਾਂ ਨੂੰ ਹੋਸ਼ ਆਈ ਤਾਂ ਜਾਨਕੀ ਜੀ ਆਪਣੇ ਆਪ ਨੂੰ ਹਸਪਤਾਲ ਦੇ ਬੈੱਡ 'ਤੇ ਪਿਆ ਦੇਖ ਰਹੇ ਸਨ ਅਤੇ ਨਰਸ ਉਸ ਨੂੰ ਡ੍ਰਿਪ ਲਗਾ ਰਹੀ ਸੀ। ਉੱਠਦੇ ਸਾਰ ਹੀ ਉਹਨਾਂ ਨੇ ਰਾਮ ਲਾਲ ਜੀ ਬਾਰੇ ਪੁੱਛਿਆ ਤਾਂ ਨਰਸ ਨੇ ਦੱਸਿਆ ਕਿ ਰਾਮ ਲਾਲ ਜੀ ਤਾਂ ICU ਵਿੱਚ ਹਨ। ਦਰਅਸਲ ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਸਨ, ਜਿਸ ਕਾਰਨ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਇਹ ਸੁਣ ਕੇ ਜਾਨਕੀ ਜੀ ਡ੍ਰਿਪ ਲਾ ਕੇ ਇੱਕ ਪਾਸੇ ਸੁੱਟ ਦਿੰਦੇ ਹਨ। ਜ਼ਖਮੀ ਹੋਣ ਦੇ ਬਾਵਜੂਦ ਵੀ ਉੱਠ ਕੇ ਤੁਰਨ ਲੱਗੀ
ਅੱਜ ਦਰਦ ਵਿੱਚ ਵੀ ਇੰਨੀ ਹਿੰਮਤ ਕਿੱਥੇ ਸੀ ਕਿ ਜਾਨਕੀ ਜੀ ਨੂੰ ਰੋਕ ਸਕਦੀ। ਨਰਸਾਂ ਅਤੇ ਹਸਪਤਾਲ ਦੇ ਹੋਰ ਸਟਾਫ ਨੇ ਉਹਨਾਂ ਨੂੰ ਪਿੱਛੋਂ ਹਾਕਾਂ ਮਾਰੀਆਂ, ਪਰ ਜਾਨਕੀ ਜੀ ਆਪਣੇ ਕੰਨਾਂ ਨਾਲ ਨਹੀਂ ਸੁਣ ਰਹੀ ਸੀ। ਕੇਵਲ ਤੇ ਕੇਵਲ ਰਾਮ ਲਾਲ ਜੀ ਦੇ ਪਿਆਰ ਭਰੇ ਸ਼ਬਦ ਉਹਨਾਂ ਦੀਆਂ ਕੰਨਾਂ ਵਿੱਚ ਗੂੰਜ ਰਹੇ ਸਨ। ਰਾਮ ਲਾਲ ਜੀ ਨੂੰ ਇੰਨੀ ਬੁਰੀ ਹਾਲਤ 'ਚ ਦੇਖ ਕੇ ਜਾਨਕੀ ਜੀ ਉਹਨਾਂ ਵੱਲ ਦੇਖਦੇ ਹੀ ਰਹਿ ਗਏ। ਰਾਮ ਲਾਲ ਜੀ, ਜੋ ਕਿ ਕੁਝ ਸਮਾਂ ਪਹਿਲਾਂ ਉਹਨਾਂ ਨਾਲ ਸੈਰ 'ਤੇ ਗਏ ਸਨ, ਜ਼ਖਮੀ ਹਾਲਤ ਵਿੱਚ ਹਸਪਤਾਲ ਦੇ ਬੈੱਡ 'ਤੇ ਬੇਹੋਸ਼ ਪਏ ਸਨ। ਜਾਨਕੀ ਜੀ ਆਪਣੇ ਆਪ 'ਤੇ ਕਾਬੂ ਨਾ ਰੱਖ ਸਕੇ। ਉੱਠੋ, ਦੇਖੋ ਨਾ, ਮੈਂ ਤੁਹਾਡੇ ਸਹਾਰੇ ਹੀ ਜ਼ਿੰਦਗੀ ਜੀ ਰਹੀ ਹਾਂ। ਮੇਰੇ ਦਿਲ ਦੀਆਂ ਭਾਵਨਾਵਾਂ ਨੂੰ ਸਿਰਫ ਤੁਸੀਂ ਹੀ ਸਮਝਦੇ ਹੋ। ਹੁਣ ਮੇਰਾ ਕੀ ਬਣੇਗਾ ਜੇ ਤੂੰ ਮੇਰੇ ਤੋਂ ਇਸ ਤਰ੍ਹਾਂ ਦੂਰ ਚਲਿਆ ਜਾਵੇਂਗਾ। ਇਹ ਕਹਿੰਦੇ ਹੋਏ ਜਾਨਕੀ ਜੀ ਉੱਚੀ ਉੱਚੀ ਰੋਣ ਲੱਗ ਪਏ। ਉਹਨਾਂ ਨੂੰ ICU ਤੋਂ ਬਾਹਰ ਲਿਆਂਦਾ ਗਿਆ। ਆਖਿਰ ਉਹ ਵੀ ਸੱਟ ਲੱਗਣ ਕਾਰਨ ਬਹੁਤ ਕਮਜ਼ੋਰ ਹਾਲਤ ਵਿੱਚ ਸੀ। ਜਾਨਕੀ ਜੀ ਨੂੰ ਹਸਪਤਾਲ ਦੇ ਬੈੱਡ 'ਤੇ ਲਿਟਾਇਆ ਗਿਆ ਅਤੇ ਉਹਨਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ। ਰਾਮ ਲਾਲ ਜੀ ਦੀਆਂ ਚਿੰਤਾਵਾਂ ਜਾਨਕੀ ਨੂੰ ਖਾ ਰਹੀਆਂ ਸਨ। ਅੱਖਾਂ ਬੰਦ ਕਰਕੇ ਜਾਨਕੀ ਜੀ ਆਪਣੇ ਪਤੀ ਨਾਲ ਬਿਤਾਏ ਮਿੱਠੇ ਪਲਾਂ ਨੂੰ ਯਾਦ ਕਰ ਰਹੇ ਸਨ। ਉਦੋਂ ਹੀ ਇੱਕ ਆਵਾਜ਼ ਆਈ। ਬਜ਼ੁਰਗ ਮਾਂ ਨੇ ਅੱਖਾਂ ਖੋਲ੍ਹੀਆਂ ਤਾਂ ਉਹਨਾਂ ਦਾ ਨੌਕਰ ਰਾਜੂ ਸਾਹਮਣੇ ਖੜਾ ਸੀ। ਜਾਨਕੀ ਜੀ ਦੀ ਅਜਿਹੀ ਹਾਲਤ ਦੇਖ ਕੇ ਰਾਜੂ ਦੀਆਂ ਅੱਖਾਂ ਵਿੱਚ ਹੰਝੂ ਆ ਗਏ। ਰਾਜੂ ਨੇ ਕਿਹਾ, ਮਾਂ ਜੀ, ਖਾਣਾ ਖਾ ਲਿਓ। ਬਜ਼ੁਰਗ ਮਾਤਾ ਜਾਨਕੀ ਜੀ ਇੱਧਰ ਉੱਧਰ ਦੇਖਣ ਲੱਗੇ। ਆਲੇ ਦੁਆਲੇ ਹੋਰ ਕੋਈ ਨਹੀਂ ਸੀ। ਰਾਜੂ ਨੇ ਕਿਹਾ ਕਿ ਸਾਰੇ ਘਰੇ ਚਲੇ ਗਏ ਹਨ, ਇਸ ਲਈ ਮੈਂ ਸੋਚਿਆ ਕਿ ਤੁਸੀਂ ਹਸਪਤਾਲ ਵਿੱਚ ਇਕੱਲੇ ਹੋ ਅਤੇ ਮੈਨੂੰ ਤੁਹਾਡੀ ਸਿਹਤ ਬਾਰੇ ਪਤਾ ਲੱਗਾ ਤਾਂ ਮੈਂ ਤੁਹਾਨੂੰ ਦੇਖੇ ਬਿਨਾਂ ਰਹਿ ਨਹੀਂ ਪਾਇਆ ਅਤੇ ਇੱਥੇ ਆ ਗਿਆ। ਆਉਂਦੇ ਸਮੇਂ ਮੈਂ ਕੁਝ ਖਾਣਾ ਲੈ ਕੇ ਆਇਆ ਹਾਂ। ਉੱਠੋ। ਬਜ਼ੁਰਗ ਮਾਂ ਨੇ ਖਾਣਾ ਖਾ ਲਿਆ। ਕੋਈ ਗੱਲ ਨਹੀਂ ਮਾਂ ਜੀ, ਬਾਊ ਜੀ ਵੀ ਜਲਦੀ ਹੀ ਠੀਕ ਹੋ ਜਾਣਗੇ, ਤੁਸੀਂ ਚਿੰਤਾ ਨਾ ਕਰੋ। ਰਾਜੂ ਦਾ ਪਿਆਰ ਦੇਖ ਕੇ ਜਾਨਕੀ ਜੀ ਨੂੰ ਕੁਝ ਹੌਸਲਾ ਹੋਇਆ। ਉਹਨਾਂ ਨੂੰ ਲੱਗਾ ਕਿ ਕੋਈ ਤਾਂ ਹੈ ਜਾਂ ਉਹਨਾਂ ਦੇ ਨਾਲ ਖੜਾ ਹੈ, ਪਰ ਉਹ ਸੋਚ ਰਹੀ ਸੀ ਕਿ ਮੁੰਡੇ ਬਹੂਆਂ ਵਿੱਚੋਂ ਕੋਈ ਵੀ ਨਹੀਂ ਹੈ ਉਹਨਾਂ ਕੋਲ। ਇਸ ਦੁੱਖ ਦੀ ਘੜੀ ਵਿੱਚ ਨਰਸ ਆਈ। ਉਹਨਾਂ ਨੇ ਕਿਹਾ, ਜਾਨਕੀ ਜੀ, ਤੁਹਾਡੇ ਪਤੀ ਨੂੰ ਹੋਸ਼ ਆ ਗਿਆ ਹੈ। ਰਾਜੂ ਜਾਨਕੀ ਜੀ ਨੂੰ ਰਾਮ ਲਾਲ ਜੀ ਦੇ ਕਮਰੇ ਵਿੱਚ ਲੈ ਕੇ ਗਿਆ। ਰਾਮ ਲਾਲ ਜੀ ਹੋਸ਼ ਵਿੱਚ ਸਨ, ਪਰ ਹੱਥ ਪੈਰ ਨਹੀਂ ਹਿਲਾ ਸਕਦੇ ਸਨ। ਇਹ ਦੇਖ ਕੇ ਜਾਨਕੀ ਜੀ ਦੁੱਖ ਅਤੇ ਚਿੰਤਾ ਨਾਲ ਭਰ ਗਏ, ਪਰ ਆਪਣੇ ਪਤੀ ਦੇ ਸਾਹਮਣੇ ਕਮਜ਼ੋਰ ਨਹੀਂ ਬਣਨਾ ਚਾਹੁੰਦੇ ਸਨ। ਇਸ ਲਈ ਉਹਨਾਂ ਨੇ ਤੁਰੰਤ ਰਾਮ ਲਾਲ ਜੀ ਵੱਲ ਦੇਖਿਆ ਤੇ ਕਿਹਾ, ਰੱਬ ਦਾ ਸ਼ੁਕਰ ਹੈ ਤੁਸੀਂ ਠੀਕ ਹੋ। ਹੁਣ ਅਸੀਂ ਜਲਦੀ ਘਰ ਜਾਵਾਂਗੇ। ਦੋਵਾਂ ਦੀ ਸਿਹਤ ਕੁਝ ਠੀਕ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਦੋਵੇਂ ਘਰ ਆ ਗਏ, ਪਰ ਰਾਮ ਲਾਲ ਜੀ ਹੁਣ ਵੀਲ ਚੇਅਰ 'ਤੇ ਆ ਗਏ ਸਨ। ਉਹ ਤੁਰਨ ਤੋਂ ਅਸਮਰਥ ਸਨ। ਘਰ ਆਉਂਦਿਆਂ ਹੀ ਜਾਨਕੀ ਤੇ ਰਾਮ ਲਾਲ ਜੀ ਦੀ ਜ਼ਿੰਦਗੀ ਤਾਂ ਜਿਵੇਂ ਪਲਟ ਹੀ ਗਈ ਹੋਵੇ। ਜਿਹੜੇ ਘਰ ਦੇ ਮੁਖੀ ਹੁੰਦੇ ਸਨ, ਜੋ ਘਰ ਦੀ ਸ਼ੋਭਾ ਸਨ, ਦੋਵਾਂ ਨੂੰ ਹੁਣ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਸੀ। ਬੱਚੇ ਹੀ ਮਾਪਿਆਂ ਨੂੰ ਬੋਝ ਸਮਝ ਰਹੇ ਸੀ। ਰਾਮ ਲਾਲ ਜੀ ਦੀ ਦਵਾਈ ਦਾ, ਖਾਣ ਪੀਣ ਦਾ, ਦੇਖਭਾਲ ਦਾ ਸਾਰਾ ਕੰਮ ਜਾਨਕੀ ਜੀ ਹੀ ਕਰਦੇ ਸੀ। ਇੱਕ ਦਿਨ ਜਦੋਂ ਰਾਜੂ ਕਿਸੇ ਕੰਮ ਲਈ ਬਾਜ਼ਾਰ ਗਿਆ ਹੋਇਆ ਸੀ ਤਾਂ ਜਾਨਕੀ ਜੀ ਨੇ ਆਪਣੀ ਛੋਟੀ ਨੂੰਹ ਨੂੰ ਕਿਹਾ, ਪੁੱਤਰ, ਆਪਣੇ ਪਿਤਾ ਜੀ ਲਈ ਘੱਟ ਨਮਕ ਅਤੇ ਮਿਰਚਾਂ ਵਾਲਾ ਦਲੀਆ ਤਾਂ ਬਣਾ ਦੇ। ਤਾਂ ਨੂੰਹ ਨੇ ਸਾਫ਼ ਜਵਾਬ ਦਿੱਤਾ, ਮਾਂ ਜੀ, ਸਾਡੇ ਕੋਲ ਹੋਰ ਬਹੁਤ ਕੰਮ ਹੁੰਦੇ ਹਨ। ਪਿਛਲੇ ਕੁਝ ਦਿਨਾਂ ਤੋਂ ਘਰ ਦੀ ਹਾਲਤ ਕਾਰਨ ਅਸੀਂ ਕਿੱਟੀ ਪਾਰਟੀ 'ਤੇ ਵੀ ਨਹੀਂ ਜਾ ਸਕੇ। ਬਿਹਤਰ ਹੋਵੇਗਾ ਜੇਕਰ ਤੁਸੀਂ ਇਹ ਕੰਮ ਖੁਦ ਕਰੋ। ਇਹ ਕਹਿ ਕੇ ਨੂੰਹ ਤਿਆਰ ਹੋ ਕੇ ਕਿੱਟੀ ਪਾਰਟੀ 'ਤੇ ਚਲੀ ਗਈ। ਜਦੋਂ ਵੀ ਜਾਨਕੀ ਜੀ ਆਪਣੇ ਪੁੱਤਰਾਂ ਨੂੰ ਦਵਾਈ ਦਾ ਫਲ ਲਿਆਉਣ ਲਈ ਕਹਿੰਦੇ ਤਾਂ ਉਹ ਕੋਈ ਨਾ ਕੋਈ ਬਹਾਨਾ ਬਣਾ ਕੇ ਨਾ ਕਰ ਦਿੰਦੇ। ਨੂੰਹ ਵੀ ਪੁੱਤਰਾਂ ਦੇ ਨਾਲ ਲੱਗ ਕੇ ਬੋਲਦੀਆਂ, ਮਾਂ ਜੀ, ਤੁਸੀਂ ਜਿੰਨਾ ਮਰਜ਼ੀ ਖਰਚਾ ਕਰ ਲਓ, ਹੁਣ ਬਾਊ ਜੀ ਦੀ ਸਿਹਤ ਠੀਕ ਨਹੀਂ ਹੋਵੇਗੀ, ਇਸ ਲਈ ਥੋੜ੍ਹਾ ਜਿਹਾ ਸੋਚ ਕੇ ਖਰਚਾ ਕਰਿਆ ਕਰੋ। ਇਹ ਖਰਚਿਆਂ ਨਾਲ ਭਰੇ ਤੀਰਾਂ ਨਾਲ ਮਾਂ ਦਾ ਦਿਲ ਟੁੱਟ ਗਿਆ। ਉਹ ਵੀ ਆਪਣੇ ਦਿਲ ਵਿੱਚ ਤਾਂ ਜਾਣਦੇ ਸੀ ਨੂੰਹਾਂ ਹੀ ਪੁੱਤਰਾਂ ਨੂੰ ਇਹ ਸਭ ਕੁਝ ਸਿਖਾਉਂਦੀਆਂ ਹਨ। ਸੋਚਣ ਲੱਗੀ ਕਿ ਉਹੀ ਪੁੱਤ ਹਨ ਜੋ ਪਿਤਾ ਜੀ ਕਰਦੇ ਨਿੱਕੇ ਨਿੱਕੇ ਖਰਚੇ ਲੈਣ ਲਈ ਆਉਂਦੇ ਸਨ। ਹੁਣ ਬਾਊ ਜੀ ਬੇਵਸ ਹੋ ਗਏ ਸੀ, ਇਸ ਲਈ ਉਹਨਾਂ ਨੂੰ ਦੁੱਧ ਵਿੱਚੋਂ ਮੱਖੀ ਵਾਂਗ ਦੋਨਾਂ ਮੁੰਡਿਆਂ ਨੇ ਕੱਢ ਕੇ ਬਾਹਰ ਸੁੱਟ ਦਿੱਤਾ। ਜਦੋਂ ਜਾਨਕੀ ਜੀ ਪੁੱਤਰ ਅਤੇ ਨੂੰਹ ਦੀਆਂ ਜਲੀਆਂ ਕੱਟੀਆਂ ਸੁਣ ਕੇ ਕਮਰੇ ਵਿੱਚ ਆਏ ਤਾਂ ਦੇਖਿਆ ਕਿ ਰਾਮ ਲਾਲ ਜੀ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ, ਕਿਉਂਕਿ ਰਾਮ ਲਾਲ ਜੀ ਨੇ ਸਭ ਕੁਝ ਸੁਣ ਲਿਆ ਸੀ।
जानकी जी ਨੂੰ ਦੇਖ ਕੇ ਰਾਮ ਲਾਲ ਜੀ ਬੋਲੇ, ਮੈਂ ਆਪਣੇ ਦੋਵਾਂ ਪੁੱਤਰਾਂ ਨੂੰ ਆਪਣੇ ਹੱਥ ਸਮਝ ਲਿਆ ਸੀ, ਪਰ ਮੁਸੀਬਤ ਵਿੱਚ ਇਹਨਾਂ ਦੋਨਾਂ ਪੁੱਤਰਾਂ ਨੇ ਸਾਡੀ ਪਰਵਰਿਸ਼ ਨੂੰ ਠੁਕਰਾ ਦਿੱਤਾ ਹੈ। ਪਰ जानकी, ਮੇਰੀ ਚਿੰਤਾ ਨਾ ਕਰ, ਮੈਂ ਠੀਕ ਹਾਂ। ਆਪਣੀ ਤਿਜੋਰੀ ਦੀ ਚਾਬੀ ਕਿੱਥੇ ਗਈ? ਦੇਖੀ ਜ਼ਰਾ, ਮੈਂ ਤਾਂ ਇੱਥੇ ਹੀ ਰੱਖੀ ਸੀ। ਇੱਧਰ ਉੱਧਰ ਵੇਖ ਕੇ जानकी ਜੀ ਨੇ ਕਿਹਾ। ਰਾਜੂ ਜੋ ਕੋਲ ਖੜਾ ਸਭ ਕੁਝ ਸੁਣ ਰਿਹਾ ਸੀ, जानकी ਜੀ ਨੂੰ ਕਿਹਾ ਕਿ ਮਾਂ, ਸਵੇਰੇ ਹੀ ਛੋਟੀ ਭਾਬੀ ਤੇ ਵੱਡੀ ਭਾਬੀ ਕਮਰੇ ਵਿੱਚ ਆ ਕੇ ਗਏ ਹਨ, ਕੀ ਪਤਾ ਉਹਨਾਂ ਨੇ ਹੀ ਲੈ ਲਈ ਹੋਵੇ। जानकी ਜੀ ਇਹ ਸਭ ਸੁਣ ਕੇ ਹੈਰਾਨ ਰਹਿ ਗਏ, ਪਰ ਉਹਨਾਂ ਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਨੂੰਹਾਂ ਕੋਲ ਜਾ ਕੇ ਹਿਚਕਿਚਾਉਂਦੇ ਹੋਏ ਪੁੱਛਿਆ, ਬਹੂ, ਤਿਜੋਰੀ ਦੀ ਚਾਬੀ ਕਿੱਥੇ ਹੈ? ਤਾਂ ਬਹੂਆਂ ਤਾਂ ਜਿਵੇਂ ਖਰੀਆਂ ਖੋਟੀਆਂ ਸੁਣਾਉਣ ਲਈ ਤਿਆਰ ਹੀ ਖੜੀਆਂ ਹੋਣ। ਹਾਂ ਮਾਂ ਜੀ, ਮੇਰੇ ਕੋਲ ਹੀ ਹੈ। ਤੁਸੀਂ ਤਾਂ ਪਿਤਾ ਜੀ ਤੇ ਸਾਰਾ ਪੈਸਾ ਐਵੇਂ ਲੁਟਾਉਣ ਲੱਗੇ ਹੋ ਜਿਵੇਂ ਕਿਸੇ ਹੋਰ ਨੂੰ ਪੈਸੇ ਦੀ ਲੋੜ ਹੀ ਨਹੀਂ ਹੈ, ਤੇ ਹੁਣ ਤਾਂ ਤੁਹਾਡੇ ਪਤੀ ਦੀ ਵੀ ਕੋਈ ਕਮਾਈ ਨਹੀਂ ਹੈ। ਵੈਸੇ ਵੀ ਹੁਣ ਬੁੱਢੇ ਤੇ ਪੈਸਾ ਲਾਇਆ ਪੈਸਾ ਖਰਾਬ ਕਰਨ ਦੇ ਬਰਾਬਰ ਹੀ ਹੈ। ਇਹ ਨਹੀਂ ਪਤਾ ਕਿ ਕਦੋਂ ਇਹ ਆਪਣੀਆਂ ਅੱਖਾਂ ਮੀਚ ਲੈਣ। ਇਸ ਲਈ ਪੈਸਾ ਕਿਵੇਂ ਬਚਾਉਣਾ ਹੈ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ। ਹੁਣ ਤੁਹਾਨੂੰ ਉਹ ਚਾਬੀ ਨਹੀਂ ਮਿਲੇਗੀ। ਬਹੂਆਂ ਦਾ ਜਵਾਬ ਸੁਣ ਕੇ जानकी ਜੀ ਰੋਣ ਲੱਗ ਗਈ। ਅਗਲੇ ਦਿਨ जानकी ਜੀ ਜਦੋਂ ਸੌ ਕੇ ਉੱਠੀ ਤਾਂ ਦੇਖਿਆ ਰਾਮ ਲਾਲ ਜੀ ਨੂੰ ਥੋੜ੍ਹਾ ਜਿਹਾ ਬੁਖਾਰ ਸੀ। ਉਹਨਾਂ ਨੇ ਜਾ ਕੇ ਆਪਣੇ ਮੁੰਡਿਆਂ ਨੂੰ ਕਿਹਾ ਕਿ ਬੇਟਾ, ਤੁਸੀਂ ਤੁਹਾਡੇ ਪਿਤਾ ਜੀ ਨੂੰ ਹਸਪੀਟਲ ਲੈ ਕੇ ਜਾਣਾ ਹੈ। ਉਹਨਾਂ ਨੂੰ ਬਹੁਤ ਬੁਖਾਰ ਹੈ ਅਤੇ ਉਹਨਾਂ ਦਾ ਰੂਟੀਨ ਚੈੱਕਅਪ ਵੀ ਕਰਾਉਣਾ ਹੈ। ਤੁਸੀਂ ਗੱਡੀ ਕੱਢ ਲਓ। ਪਰ ਡਾਕਟਰ ਦੇ ਤਾਂ ਕੀ ਲੈ ਕੇ ਜਾਣਾ ਸੀ। ਉਲਟਾ ਛੋਟੇ ਮੁੰਡੇ ਨੇ ਜਵਾਬ ਦਿੱਤਾ ਕਿ ਮੇਰੀ ਗੱਡੀ ਵਿੱਚ ਪੈਟਰੋਲ ਨਹੀਂ ਹੈ। ਤੈਨੂੰ ਤਾਂ ਪਤਾ ਹੈ ਨਾ ਮਾਂ ਕਿ ਘਰ ਵਿੱਚ ਪੈਸਿਆਂ ਦੀ ਕਿੰਨੀ ਤੰਗੀ ਚੱਲ ਰਹੀ ਹੈ। ਉੱਤੇ ਦੀ ਪਿਤਾ ਜੀ ਵੀ ਸਾਰਾ ਕੰਮ ਧੰਦਾ ਛੱਡ ਕੇ ਘਰੇ ਬੈਠੇ ਹਨ। ਇਹਨੇ ਨੂੰ ਵੱਡਾ ਮੁੰਡਾ ਆਇਆ ਤੇ ਬੋਲਿਆ, ਮਾਂ ਤੂੰ ਸਮਝਦੀ ਕਿਉਂ ਨਹੀਂ ਹੈ? ਅਸੀਂ ਨੌਕਰੀ ਪੇਸ਼ਾ ਹਾਂ, ਸਾਡੇ ਕੋਲ ਫਾਲਤੂ ਕੰਮਾਂ ਦੇ ਲਈ ਨਾ ਟਾਈਮ ਹੁੰਦਾ ਹੈ ਨਾ ਪੈਸਾ ਹੈ। ਰਾਜੂ ਨੂੰ ਬੋਲੋ ਤੇ ਕਹੋ ਕਿ ਆਟੋ ਲਿਆਵੇ ਅਤੇ ਪਿਤਾ ਜੀ ਨੂੰ ਆਟੋ ਵਿੱਚ ਲੈ ਕੇ ਚਲੇ ਜਾਓ। जानकी ਜੀ ਨੇ ਅਪਮਾਨ ਦਾ ਘੁੱਟ ਪੀ ਲਿਆ ਤੇ ਚੁੱਪਚਾਪ ਖੜੀ ਰਹੀ। ਉਹਨਾਂ ਨੂੰ ਉਸ ਸਮੇਂ ਕੁਝ ਨਹੀਂ ਬੋਲਿਆ। ਇਹਨੇ ਵਿੱਚ ਰਾਜੂ ਨੇ ਆਵਾਜ਼ ਲਗਾਈ, ਮਾਂ ਜੀ ਇੱਧਰ ਆ ਜਾਓ, ਮੈਂ ਆਟੋ ਲੈ ਕੇ ਆ ਗਿਆ ਹਾਂ। ਜਾਂਦੇ ਹੋਏ जानकी ਜੀ ਨੇ ਰਾਜੂ ਨੂੰ ਕਿਹਾ ਕਿ ਬੇਟਾ, ਮੇਰੇ ਕੋਲ ਪੈਸੇ ਵੀ ਨਹੀਂ ਹਨ, ਆਪਾਂ ਦਵਾਈਆਂ ਤੇ ਫਲ ਕਿੱਥੋਂ ਲਵਾਂਗੇ? ਤਾਂ ਰਾਜੂ ਨੇ ਕਿਹਾ, ਮਾਂ ਜੀ, ਮੈਂ ਪੈਸੇ ਲੈ ਲਏ ਹਨ, ਮੇਰੀ ਤਨਖਾਹ ਵਿੱਚੋਂ ਕੁਝ ਪੈਸੇ ਬਚੇ ਸੀ, ਆਪਣਾ ਕੰਮ ਸਰ ਜਾਵੇਗਾ, ਦਵਾਈ ਵੀ ਆ ਜਾਵੇਗੀ ਤੇ ਫਲ ਫਰੂਟ ਵੀ ਆ ਜਾਣਗੇ। ਇਹਨਾਂ ਕਹਿੰਦੇ ਹੋਏ ਉਹ ਬਾਊ ਜੀ ਦੀ ਵੀਲ ਚੇਅਰ ਖਿਸਕਾ ਕੇ ਲੈ ਗਿਆ। ਕਹਿਣ ਤੈਨੂੰ ਤਾਂ ਉਹ ਨੌਕਰ ਸੀ, ਪਰ जानकी ਜੀ ਅਤੇ ਰਾਮ ਲਾਲ ਜੀ ਦੀ ਸੇਵਾ ਉਹ ਉਹਨਾਂ ਦੇ ਬੱਚਿਆਂ ਤੋਂ ਵੀ ਵੱਧ ਕੇ ਕਰ ਰਿਹਾ ਸੀ। ਰਸਤੇ ਵਿੱਚ जानकी ਜੀ ਕਹਿਣ ਲੱਗੀ ਕਿ ਮੁਸ਼ਕਿਲ ਦੇ ਸਮੇਂ ਜਦੋਂ ਆਪਣਿਆਂ ਨੇ ਪੱਲਾ ਝਾੜ ਲਿਆ ਤਦ ਤੂੰ ਹੀ ਹੈ ਜਿਸ ਨੇ ਸਾਡਾ ਖਿਆਲ ਰੱਖਿਆ ਹੈ। ਤਾਂ ਰਾਜੂ ਨੇ ਕਿਹਾ ਕਿ ਬਚਪਨ ਤੋਂ ਹੀ ਮੇਰੇ ਮਾਂ-ਬਾਪ ਨਹੀਂ ਹਨ, ਮੇਰੀ ਦੀਦੀ ਨੇ ਹੀ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਤੇ 2 ਸਾਲ ਪਹਿਲਾਂ ਉਹ ਵੀ ਚੱਲ ਵਸੀ ਹੈ। ਉਦੋਂ ਦਾ ਤੁਸੀਂ ਦੋਵੇਂ ਹੀ ਮੇਰੇ ਮਾਤਾ-ਪਿਤਾ, ਦਾਦਾ-ਦਾਦੀ, ਭਾਈ-ਭੈਣ ਸਭ ਕੁਝ ਹੋ। ਤੁਹਾਡੇ ਦੋਨਾਂ ਵਿੱਚੋਂ ਹੀ ਮੈਨੂੰ ਆਪਣਾ ਪਰਿਵਾਰ ਨਜ਼ਰ ਆਉਂਦਾ ਹੈ। ਇੰਨਾ ਕਹਿੰਦੇ ਹੋਏ ਰਾਜੂ ਦੀਆਂ ਅੱਖਾਂ ਭਰ ਗਈਆਂ। ਹਸਪਤਾਲ ਵਿੱਚ ਡਾਕਟਰ ਨੇ ਬਾਊ ਜੀ ਨੂੰ ਇੱਕ ਖਾਸ ਡਾਈਟ ਤੇ ਐਕਸਰਸਾਈਜ਼ ਦੱਸੀ। ਰਾਜੂ ਨੇ ਇਹ ਸਭ ਕੁਝ ਚੰਗੀ ਤਰ੍ਹਾਂ ਸਮਝ ਲਿਆ ਤੇ ਵਾਪਸ ਆਉਂਦੇ ਹੋਏ ਰਾਜੂ ਨੇ ਦਵਾਈਆਂ ਅਤੇ ਜ਼ਰੂਰੀ ਸਮਾਨ ਲੈ ਲਿਆ। ਰਾਜੂ ਨੇ ਬਾਊ ਜੀ ਦੇ ਖਾਣੇ ਦਾ ਪੂਰਾ ਧਿਆਨ ਰੱਖਿਆ। ਕੁਝ ਹੀ ਦਿਨਾਂ ਵਿੱਚ ਉਹ ਠੀਕ ਹੋਣ ਲੱਗੇ। ਇੱਕ ਦਿਨ ਬਾਊ ਜੀ ਨੇ ਆਪਣੇ ਦੋਨਾਂ ਬੇਟਿਆਂ ਨੂੰ ਹਾਲ ਕਮਰੇ ਵਿੱਚ ਬੁਲਾਇਆ। ਮੁੰਡੇ ਚੀਕਦੇ ਹੋਏ ਬਾਹਰ ਆਏ ਅਤੇ ਕਹਿਣ ਲੱਗੇ ਕਿ ਤੁਹਾਨੂੰ ਤਾਂ ਕੋਈ ਕੰਮ ਧੰਦਾ ਨਹੀਂ ਹੈ, ਆਪ ਤਾਂ ਤੁਸੀਂ ਸਾਰਾ ਦਿਨ ਵਿਹਲੇ ਰਹਿੰਦੇ ਹੋ ਤੇ ਸਾਨੂੰ ਵੀ ਪਰੇਸ਼ਾਨ ਕਰਦੇ ਹੋ। ਜਦੋਂ ਸਾਹਮਣੇ ਦੇਖਿਆ ਤਾਂ ਦੋਨੋਂ ਮੁੰਡੇ ਹੈਰਾਨ ਰਹਿ ਗਏ। ਸਾਹਮਣੇ ਸੋਫੇ ਤੇ ਬਾਊ ਜੀ ਦੇ ਨਾਲ 2 ਬੰਦੇ ਬੈਠੇ ਸੀ। ਰਾਮ ਲਾਲ ਜੀ ਦੇ ਚਿਹਰੇ ਤੇ ਇੱਕ ਅਜੀਬ ਜਿਹਾ ਆਤਮ ਵਿਸ਼ਵਾਸ ਝਲਕ ਰਿਹਾ ਸੀ। ਰਾਮ ਲਾਲ ਜੀ ਕਹਿਣ ਲੱਗੇ ਕਿ ਤੁਹਾਨੂੰ ਯਾਦ ਨਹੀਂ, ਪਰ ਅੱਜ ਤੁਹਾਡੀ ਮਾਂ ਦਾ ਜਨਮ ਦਿਨ ਹੈ, ਇਸ ਮੌਕੇ ਤੇ ਮੈਂ ਇਹ ਸਾਰਾ ਇੰਤਜ਼ਾਮ ਕੀਤਾ ਹੈ। ਕਹਿੰਦੇ ਹੋਏ ਰਾਮ ਲਾਲ ਜੀ ਨੇ जानकी ਜੀ ਨਾਲ ਕੇਕ ਕੱਟਿਆ ਅਤੇ जानकी ਜੀ ਨੂੰ ਇੱਕ ਗਿਫਟ ਦੇ ਕੇ ਬੋਲੇ, ਇਹ ਪ੍ਰਵਾਨ ਕਰੋ ਸ਼੍ਰੀਮਤੀ ਜੀ, ਤੁਹਾਡੀ ਪਸੰਦ ਦੀ ਮਹਿੰਗੇ ਵਾਲੀ ਸਿਲਕ ਦੀ ਸਾੜੀ ਹੈ। ਇਹ ਦੇਖ ਕੇ ਦੋਹਾਂ ਬਹੂਆਂ ਦੇ ਮੂੰਹ ਖੁੱਲ੍ਹੇ ਰਹਿ ਗਏ ਕਿ ਇਸ ਲਾਚਾਰ ਅਤੇ ਬੁੱਢੇ ਕੋਲ ਇੰਨੇ ਪੈਸੇ ਕਿੱਥੋਂ ਆ ਗਏ। ਰਾਮ ਲਾਲ ਜੀ ਕਹਿਣ ਲੱਗੇ, ਚਲੋ ਅੱਜ ਤੁਹਾਨੂੰ ਸਾਰਿਆਂ ਨੂੰ ਮੈਂ ਇੱਕ ਸਰਪ੍ਰਾਈਜ਼ ਦੇਣ ਜਾ ਰਿਹਾ ਹਾਂ। ਰਾਮ ਲਾਲ ਜੀ ਨੇ ਆਪਣੇ ਨਾਲ ਖੜੇ ਦੋਨਾਂ ਵਿਅਕਤੀਆਂ ਦਾ ਪਰਿਚੈ ਦਿੱਤਾ। ਇਹ ਮੇਰੇ ਵਕੀਲ ਦੋਸਤ ਵਿਕਰਮ ਜੀ ਹਨ, ਜਿਨ੍ਹਾਂ ਨੂੰ ਮੈਂ ਵਸੀਅਤ ਦਾ ਬਟਵਾਰਾ ਕਰਾਉਣ ਲਈ ਬੁਲਾਇਆ ਹੈ, ਅਤੇ ਇਹ ਪੁਸ਼ਪਿੰਦਰ ਜੀ ਹਨ, ਜਿਨ੍ਹਾਂ ਨੂੰ ਮੈਂ ਇਹ ਮਕਾਨ 1 ਕਰੋੜ 70 ਲੱਖ ਦਾ ਵੇਚ ਦਿੱਤਾ ਹੈ। ਸੁਣਨ ਦੀ ਹੀ ਦੇਰ ਸੀ ਕਿ ਦੋਨਾਂ ਬਹੂਆਂ ਤੇ ਮੁੰਡਿਆਂ ਦੇ ਸਿਰ ਉੱਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟਿਆ ਹੋਵੇ। ਦੋਨੋਂ ਮੁੰਡੇ ਗੁੱਸੇ ਵਿੱਚ ਬੋਲੇ, ਲੇਕਿਨ ਪਿਤਾ ਜੀ, ਤੁਸੀਂ ਸਾਨੂੰ ਬਿਨਾਂ ਪੁੱਛੇ
ਘਰ ਕਿਵੇਂ ਵੇਚ ਦਿੱਤਾ? ਬਾਬੂ ਜੀ ਬੋਲੇ, ਹਜੇ ਮੇਰੀ ਗੱਲ ਖਤਮ ਨਹੀਂ ਹੋਈ ਹੈ। ਬਾਊ ਜੀ ਅੱਜ ਬੋਲਦੇ ਹੀ ਜਾ ਰਹੇ ਸੀ ਤੇ ਕਿਸੇ ਦੀ ਹਿੰਮਤ ਨਹੀਂ ਪੈ ਰਹੀ ਸੀ ਉਹਨਾਂ ਨੂੰ ਰੋਕਣ ਦੀ। ਬਾਊ ਜੀ ਦੇ ਵਕੀਲ ਨੇ ਵਸੀਅਤ ਪੜ੍ਹ ਕੇ ਸੁਣਾਈ, ਜਿਸ ਵਿੱਚ ਲਿਖਿਆ ਸੀ ਕਿ ਮੈਂ ਆਪਣੀ ਦੁਕਾਨ ਅਤੇ ਮਕਾਨ ਦੋਨਾਂ ਤੋਂ ਬੇਟੇ ਤੇ ਬਹੂਆਂ ਨੂੰ ਬੇਦਖਲ ਕਰਦਾ ਹਾਂ ਅਤੇ ਸਾਰੀ ਦੁਕਾਨ ਰਾਜੂ ਦੇ ਨਾਮ ਕਰਦਾ ਹਾਂ। ਹੁਣ ਮੇਰਾ ਸਾਰੇ ਦਾ ਸਾਰਾ ਕਾਰੋਬਾਰ ਰਾਜੂ ਹੀ ਸੰਭਾਲੇਗਾ। ਇਸ ਮਕਾਨ ਨੂੰ ਵੇਚਣ ਤੋਂ ਜੋ ਪੈਸਾ ਮਿਲਿਆ ਹੈ ਉਸ ਦਾ 75% ਹਿੱਸਾ ਮੈਂ ਆਪਣੇ ਪੋਤੀ ਪੋਤੇ ਦੇ ਨਾਮ ਕਰ ਦੇਵਾਂਗਾ ਅਤੇ ਜੋ ਬਾਕੀ ਪੈਸੇ ਬਚਣਗੇ ਉਸ ਦਾ ਇੱਕ ਛੋਟਾ ਜਿਹਾ ਘਰ ਲੈ ਕੇ ਮੈਂ ਤੇ ਮੇਰੀ ਪਤਨੀ ਰਹਾਂਗੇ। ਸਾਡੇ ਨਾਲ ਰਾਜੂ ਵੀ ਰਹੇਗਾ ਤੇ ਮੇਰੇ ਮਰਨ ਤੋਂ ਬਾਅਦ ਉਹ ਘਰ ਮੇਰੇ ਪੋਤੇ ਪੋਤੀ ਨੂੰ ਦਿੱਤਾ ਜਾਵੇਗਾ। ਮੇਰੇ ਪੋਤਾ ਪੋਤੀ ਲਈ ਮੇਰੇ ਘਰ ਦੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣਗੇ। ਸਭ ਦੱਸ ਕੇ ਬਾਬੂ ਜੀ ਬਹੁਤ ਗੁੱਸੇ ਵਿੱਚ ਬੋਲੇ, ਤੁਹਾਡੇ ਸਾਰਿਆਂ ਕੋਲ 10 ਦਿਨ ਦਾ ਟਾਈਮ ਹੈ, ਇਸ ਵਿੱਚ ਆਪਣੇ ਰਹਿਣ ਦਾ ਕਿਤੇ ਹੋਰ ਇੰਤਜ਼ਾਮ ਕਰ ਲਓ। ਇਸ ਤੋਂ ਬਾਅਦ ਇਸ ਘਰ 'ਤੇ ਪੁਸ਼ਪਿੰਦਰ ਜੀ ਦਾ ਹੱਕ ਹੋਵੇਗਾ। ਮੈਂ ਹੁਣ ਤੱਕ ਇਸੇ ਭੁਲੇਖੇ ਵਿੱਚ ਸੀ ਕਿ ਮੇਰੇ 2 ਬੇਟੇ ਬਹੁਤ ਹੀ ਹੋਣਹਾਰ ਹਨ, ਪਰੰਤੂ ਇੱਥੇ ਸਭ ਆਪਣੇ ਲਾਲਚ ਵਿੱਚ ਜੀ ਰਹੇ ਹਨ। ਸ਼ੁਕਰ ਹੈ ਰੱਬ ਦਾ ਕਿ ਮੈਨੂੰ ਇੰਨਾ ਦੁੱਖ ਦਿਖਾਇਆ। ਇਸ ਦੇ ਕਾਰਨ ਹੀ ਮੈਨੂੰ ਸਾਰੀ ਦੁਨੀਆ ਦੀ ਅਸਲੀਅਤ ਸਾਫ਼-ਸਾਫ਼ ਦਿਖ ਗਈ। ਖਾਸ ਕਰਕੇ ਮੈਨੂੰ ਆਪਣੇ ਮੁੰਡਿਆਂ ਤੇ ਬਹੂਆਂ ਦਾ ਚੰਗੀ ਤਰ੍ਹਾਂ ਪਤਾ ਚੱਲ ਗਿਆ। ਮੁਸੀਬਤ ਦੇ ਸਮੇਂ ਤੇ ਮੇਰੇ ਮਰਨ ਕੰਢੇ ਹੋਣ ਦੇ ਬਾਵਜੂਦ ਵੀ ਤੁਸੀਂ ਸਿਰਫ ਪੈਸਾ ਹੀ ਦੇਖ ਰਹੇ ਸੀ। ਤੁਹਾਡੀ ਮਾਂ ਤੁਹਾਡੇ ਸਾਹਮਣੇ ਰੋ ਰਹੀ ਸੀ, ਗਿੜਗਿੜਾ ਰਹੀ ਸੀ, ਪਰ ਤੁਹਾਨੂੰ ਕੋਈ ਫਰਕ ਨਹੀਂ ਸੀ। ਇਹ ਤਾਂ ਤੁਹਾਡੀ ਮਾਂ ਤੇ ਰਾਜੂ ਦੀ ਸੇਵਾ ਦਾ ਅਸਰ ਹੈ ਜੋ ਅੱਜ ਮੈਂ ਠੀਕ ਹਾਂ, ਨਹੀਂ ਤਾਂ ਮੈਂ ਆਪਣੇ ਲਾਚਾਰ, ਬੇਕਾਰ ਤੇ ਅਪਾਹਿਜ ਸਰੀਰ ਨਾਲ ਕਦੋਂ ਤੱਕ ਜਿਉਂਦਾ। ਅਸਲ ਵਿੱਚ ਬੇਟੇ ਦਾ ਫਰਜ਼ ਤਾਂ ਸਿਰਫ ਰਾਜੂ ਨੇ ਹੀ ਨਿਭਾਇਆ ਹੈ। ਵੱਡਾ ਮੁੰਡਾ ਕਹਿਣ ਲੱਗਿਆ ਕਿ ਪਿਤਾ ਜੀ, ਰਾਜੂ ਸਿਰਫ ਇੱਕ ਨੌਕਰ ਹੈ, ਉਸ ਨੂੰ ਨੌਕਰ ਦੀ ਥਾਂ ਹੀ ਰੱਖੋ, ਅਸੀਂ ਤੁਹਾਡੇ ਹਾਂ। ਇਹ ਗੱਲ ਸੁਣ ਕੇ ਬਾਬੂ ਜੀ ਨੇ ਕਿਹਾ, ਰਾਜੂ ਨੂੰ ਮੈਂ ਤਨਖਾਹ ਤੋਂ ਇਲਾਵਾ ਦਿੱਤਾ ਹੀ ਕੀ ਸੀ, ਪਰ ਇਸਨੇ ਤਾਂ ਮੈਨੂੰ ਜੀਵਨ ਦਾਨ ਦਿੱਤਾ ਹੈ। ਮੇਰਾ ਤੇ ਮੇਰੀ ਪਤਨੀ ਦੇ ਬੁਢਾਪੇ ਦੀ ਲਾਠੀ ਬਣਿਆ ਹੈ। ਇੰਨਾ ਸੁਣਦੇ ਹੀ ਬਹੂਆਂ ਤੇ ਮੁੰਡੇ ਜਾਨਕੀ ਜੀ ਦੇ ਪੈਰਾਂ ਵਿੱਚ ਡਿੱਗ ਗਏ ਅਤੇ ਕਹਿਣ ਲੱਗੇ ਕਿ ਅੰਮਾ ਜੀ, ਸਾਡੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ, ਤੁਸੀਂ ਹੀ ਕੁਝ ਸਮਝਾਓ ਪਿਤਾ ਜੀ ਨੂੰ। ਅਸੀਂ ਤਾਂ ਤੁਹਾਡੇ ਬੱਚੇ ਹਾਂ ਤੇ ਫਿਰ ਰਿਸ਼ਤੇਦਾਰ ਵੀ ਕੀ ਬੋਲਣਗੇ, ਇਹ ਵੀ ਤਾਂ ਜ਼ਰਾ ਸੋਚੋ। ਬਹੂਆਂ ਨੂੰ ਆਪਣੀ ਸੱਸ ਤੋਂ ਕੁਝ ਉਮੀਦ ਸੀ, ਪਰ ਜਾਨਕੀ ਜੀ ਨੇ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰਦੇ ਹੋਏ ਕਿਹਾ, ਇਹ ਗੱਲ ਉਦੋਂ ਯਾਦ ਕਿਉਂ ਨਹੀਂ ਆਈ ਜਦੋਂ ਮੈਂ ਤੁਹਾਡੇ ਸਾਹਮਣੇ ਲਾਚਾਰ ਹੋ ਕੇ ਤੁਹਾਡੇ ਪਿਤਾ ਜੀ ਦੀ ਜ਼ਿੰਦਗੀ ਦੀ ਭੀਖ ਮੰਗ ਰਹੀ ਸੀ। ਰਿਸ਼ਤੇਦਾਰ ਜੋ ਵੀ ਕਹਿਣਗੇ ਮੈਨੂੰ ਕੋਈ ਫਰਕ ਨਹੀਂ ਹੈ, ਤੁਸੀਂ ਆਪਣਾ ਸਮਾਨ ਬੰਨੋ ਤੇ ਨਿਕਲਦੇ ਬਣੋ। ਮਾਂ ਤੇ ਪਿਤਾ ਜੀ ਦੀ ਹਿੰਮਤ ਦੇਖ ਕੇ ਅੱਜ ਦੋਵੇਂ ਮੁੰਡੇ ਬਹੁਤ ਹੈਰਾਨ ਰਹਿ ਗਏ। ਸ਼ਾਇਦ ਉਹਨਾਂ ਨੂੰ ਆਪਣੇ ਕੰਨਾਂ 'ਤੇ ਯਕੀਨ ਨਹੀਂ ਹੋ ਰਿਹਾ ਸੀ। ਉਹ ਬਹੁਤ ਗਿੜਗਿੜਾਏ, ਪਰ ਅੰਤ ਵਿੱਚ ਉਹੀ ਹੋਇਆ ਜੋ ਵਸੀਅਤ ਵਿੱਚ ਲਿਖਿਆ ਸੀ। ਉਹਨਾਂ ਨੂੰ ਆਪਣੇ ਕੀਤੇ ਦੀ ਸਜ਼ਾ ਤੇ ਸਬਕ ਮਿਲ ਗਿਆ। ਪਿਆਰੇ ਦੋਸਤੋ, ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਤਾਂ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਧੰਨਵਾਦ।